ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ, ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਖਾਲਸਾ ਜੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਵੱਡਾ ਪਰਉਪਕਾਰ ਸ੍ਰਿਸ਼ਟੀ ਤੇ ਕੀਤਾ ਹੈ ਖਾਲਸਾ ਜੀ। ਜਿਹੜਾ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਨਾਲ ਜੁੜਦਾ ਹੈ ਉਹਦਾ ਭਲਾ ਹੁੰਦਾ ਹੈ। ਉਹਨੂੰ ਸਤਿਗੁਰੂ ਮਹਾਰਾਜ ਰਸਤਾ ਦਿਖਾਉਂਦੇ ਨੇ, ਅਕਾਲ ਪੁਰਖ ਵਾਹਿਗੁਰੂ ਧੁਰ ਨਾਲ ਜੋੜਦੇ ਨੇ। ਸੋ ਖਾਲਸਾ ਜੀ, ਜਿਵੇਂ ਅਸੀਂ ਜਾਣਦੇ ਹਾਂ ਕਲਯੁਗ ਦਾ ਪ੍ਰਭਾਵ ਹੈ ਸਾਡੇ ਸਾਰੇ ਘਰਾਂ ਦੇ ਵਿੱਚ, ਕਲਾ ਕਲੇਸ਼, ਕਈ ਪ੍ਰਕਾਰ ਦੇ ਵਿਘਨ। ਜੇ ਕੋਈ ਕੰਮ ਕਰਦੇ ਹਾਂ ਉਹ ਸਿਰੇ ਨਹੀਂ ਚੜ੍ਹਦਾ, ਘਰ ਵਿੱਚ ਬਿਨਾਂ ਗੱਲੋਂ ਕਲੇਸ਼ ਰਹਿੰਦਾ ਹੈ, ਹਰ ਪ੍ਰਕਾਰ ਦਾ ਦੁੱਖ ਸਾਡੇ ਘਰ ਵੜਿਆ ਹੋਇਆ। ਇਹ ਕਿਉਂ ਹੈ? ਇਹਦਾ ਕੀ ਕਾਰਨ ਹੈ? ਕਿਉਂ ਸਾਡੇ ਘਰਾਂ ਵਿੱਚ ਇਵੇਂ ਹੁੰਦਾ ਹੈ? ਮਹਾਰਾਜ ਸੱਚੇ ਪਾਤਸ਼ਾਹ ਇਹਦੇ ਬਾਰੇ ਸਾਨੂੰ ਦੱਸਦੇ ਨੇ। ਅਸੀਂ ਮਹਾਰਾਜ ਦੀ ਬਾਣੀ ਨੂੰ ਵਿਸਾਰਿਆ ਹੈ, ਇਸ ਕਰਕੇ ਸਾਨੂੰ ਦੁੱਖ ਲੱਗਦਾ, ਸਾਨੂੰ ਸਮਝ ਨਹੀਂ ਆਉਂਦੀ, ਸਾਨੂੰ ਸੋਝੀ ਨਹੀਂ ਪੈਂਦੀ। ਫਿਰ ਅਸੀਂ ਦੁਖੀ ਹੋ ਕੇ ਦੱਬੀਆਂ ਪਖੰਡੀਆਂ ਦੇ ਵੱਸ ਪੈ ਜਾਂਦੇ ਹਾਂ। ਉਹ ਸਾਨੂੰ ਹੋਰ ਕਲਾ ਕਲੇਸ਼ ਦਾ ਰਸਤਾ ਦਿਖਾ ਦਿੰਦੇ ਨੇ, ਉੱਥੇ ਜਾ ਕੇ ਡੁੱਬ ਜਾਈਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਸਮਰੱਥ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ੍ਹਨੀ ਚਾਹੀਦੀ ਹੈ। ਬਾਣੀ ਪੜ੍ਹਿਆ ਪਤਾ ਲੱਗਦਾ ਹੈ ਕਿ ਕਲੇਸ਼ ਕਿਉਂ ਆਉਂਦਾ ਹੈ ਅਤੇ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਦੂਰ ਕਰਦੇ ਨੇ। ਸੋ ਸੱਚੇ ਪਾਤਸ਼ਾਹ ਮਹਾਰਾਜ ਦੀ ਰਹਿਮਤ ਹੈ ਖਾਲਸਾ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਚਨ ਬੋਲਦੇ ਨੇ। ਸਤਿਗੁਰੂ ਕਹਿੰਦੇ ਨੇ, ਕੋਟ ਬਿਘਨ ਤਿਸ ਲਾਗਤੇ ਜਿਸਨੂੰ ਵਿਸਰੈ ਨਾਉ, ਨਾਨਕ ਅੰਧਿਨ ਬਿਲਪਤੇ ਜਿਉਂ ਸੁਣੀਐ ਘਰ ਕਾਉ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਕੋਟ ਬਿਘਨ, ਉਹਨਾਂ ਨੂੰ ਕਰੋੜਾਂ ਬਿਘਨ ਲੱਗਦੇ ਨੇ। ਹਰੇਕ ਪ੍ਰਕਾਰ ਦਾ ਬਿਘਨ ਉਹਨਾਂ ਦੇ ਘਰਾਂ ਵਿੱਚ ਹੈ ਜਿਨ੍ਹਾਂ ਨੂੰ ਵਾਹਿਗੁਰੂ ਜੀ ਦਾ ਨਾਮ ਵਿਸਰ ਗਿਆ ਹੈ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਉਸਤਤੀ ਮਹਿਮਾ ਵਿਸਰ ਗਈ ਹੈ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਦੀ ਯਾਦ ਵਿਸਰ ਗਈ ਹੈ। ਉਹਨਾਂ ਘਰਾਂ ਦੇ ਵਿੱਚ ਕਰੋੜਾਂ ਵਿਘਨ ਹੈ, ਇੱਕ ਵਿਘਨ ਨਹੀਂ। ਮਹਾਰਾਜ ਨੇ ਕੋਟ ਵਿਘਨ ਕਹਿਣਾ ਕੀਤਾ ਹੈ ਵੀ ਕਰੋੜਾਂ ਹੀ ਵਿਘਨ ਉਹਨਾਂ ਦੇ ਘਰ ਪੈਂਦੇ ਨੇ। ਹਰ ਪ੍ਰਕਾਰ ਦਾ ਦੁੱਖ ਤਕਲੀਫ ਉਹਨਾਂ ਦੇ ਘਰ ਆਉਂਦਾ, ਜਿਹੜੇ ਪਰਮੇਸ਼ਰ ਨੂੰ ਭੁੱਲ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਇੱਦਾਂ ਵਿਲਕਦੇ ਰਹਿੰਦੇ ਨੇ ਜਿੱਦਾਂ ਜਿਹੜਾ ਖਾਲੀ ਘਰ ਹੋਵੇ, ਜਿੱਥੋਂ ਸਦੀਆਂ ਤੋਂ ਕੋਈ ਆਇਆ ਨਾ ਹੋਵੇ, ਅਤੇ ਉਹ ਘਰ ਵਿੱਚ ਘਾਹ ਜੰਮਿਆ ਹੋਵੇ, ਰੁੱਖ ਨਿਕਲੇ ਹੋਣ ਅਤੇ ਕੋਈ ਵੀ ਨਹੀਂ ਰਹਿਣ ਵਾਲਾ ਹੋਵੇ। ਉਸ ਕੋਠੇ ਦੇ ਬਨੇਰੇ 'ਤੇ ਬੈਠਾ ਕਾਂ ਜਿਵੇਂ ਵਿਲਕਦਾ ਹੈ ਨਾ, ਕਿਉਂਕਿ ਜਿਸ ਘਰ ਵਿੱਚ ਕੋਈ ਪ੍ਰਾਣੀ ਨਹੀਂ ਤਾਂ ਉੱਥੋਂ ਪ੍ਰਸ਼ਾਦਾ ਪਾਣੀ ਕਿੱਥੋਂ ਮਿਲੇਗਾ, ਉੱਥੋਂ ਭੁੱਖ ਕਿਵੇਂ ਮਿਟੇਗੀ। ਜਿਵੇਂ ਸੁੰਨੇ ਘਰ ਦੇ ਉੱਤੇ ਬੈਠਾ ਹੋਇਆ ਕਾਂ ਵਿਲਕਦਾ ਹੈ, ਇਵੇਂ ਉਹ ਬੰਦਾ ਵਿਲਕਦਾ ਹੈ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਮਝਾਉਣਾ ਕੀਤਾ ਹੈ ਖਾਲਸਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਿਲਵਿਖ ਸਭੇ ਉਤਰਨ ਨੀਤ ਨੀਤ ਗੁਣ ਗਾਓ। ਮਹਾਰਾਜ ਨੇ ਫਿਰ ਦੱਸਣਾ ਵੀ ਕੀਤਾ ਕਿ ਕਿਵੇਂ ਇਹ ਚੀਜ਼ਾਂ ਨਿਕਲਣਗੀਆਂ, ਕਿਵੇਂ ਇਹ ਖਤਮ ਹੋਣਗੀਆਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਕਿਲਵਿਖ ਸਭੇ ਉਤਰਨ, ਸਾਰੇ ਉੱਤਰ ਜਾਣਗੇ। ਇਹ ਵਿਘਨ ਸਾਰੇ ਉੱਤਰ ਜਾਣਗੇ, ਪਰ ਤੂੰ ਨਿੱਤ ਪ੍ਰਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਿਆ ਕਰ, ਉਹਦੀ ਸਿਫਤ ਸਲਾਹ ਸੁਣਿਆ ਕਰ, ਉਹਦੇ ਨਾਮ ਵਿੱਚ ਜੁੜਿਆ ਕਰ, ਉਹਦਾ ਸਿਮਰਨ ਕਰਿਆ ਕਰ। ਫਿਰ ਤੇਰੇ ਘਰੋਂ ਇਹ ਕਿਲਵਿਖ ਸਾਰੇ ਜਿਹੜੇ ਤੈਨੂੰ ਖਰਾਬ ਕਰਦੇ ਨੇ, ਤੇਰੇ ਰਸਤੇ ਦੇ ਵਿੱਚ ਰੋੜੇ ਬਣ ਕੇ ਆਏ ਹੋਏ ਨੇ, ਤੈਨੂੰ ਦੁੱਖ ਚੰਬੜੇ ਹੋਏ ਨੇ, ਮਹਾਰਾਜ ਕਹਿੰਦੇ ਸਾਰੇ ਉੱਤਰ ਜਾਣਗੇ। ਸੱਚੇ ਪਾਤਸ਼ਾਹ ਕਹਿੰਦੇ, ਕੋਟ ਕਲੇਸ਼ਾ ਉਪਜੈ ਨਾਨਕ ਬਿਸਰੈ ਨਾਉ। ਇਹ ਤਾਂ ਹੀ ਆਉਂਦੇ ਨੇ ਜਦੋਂ ਅਸੀਂ ਵਾਹਿਗੁਰੂ ਦਾ ਨਾਮ ਭੁੱਲ ਜਾਂਦੇ ਹਾਂ। ਸੋ ਖਾਲਸਾ ਜੀ, ਮਹਾਰਾਜ ਦੀ ਬਾਣੀ ਪੜ੍ਹਿਆ ਕਰੀਏ। ਜਪਜੀ ਸਾਹਿਬ ਦੀ ਬਾਣੀ ਹੈ ਜਿਹੜੀ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਘਰੇ ਕਲੇਸ਼ ਦੁੱਖ ਅਤੇ ਤਕਲੀਫ ਨਹੀਂ ਆਉਣ ਦਿੰਦੇ ਜਿਹੜੇ ਜਪਜੀ ਸਾਹਿਬ ਦਾ ਅਭਿਆਸ ਕਰਦੇ ਨੇ। 5 ਪਾਠ ਜਪਜੀ ਸਾਹਿਬ ਦੇ ਨਿਤਾਪ੍ਰਤ ਕਰਨੇ ਚਾਹੀਦੇ। ਸੋ ਮਹਾਰਾਜ ਦੀ ਰੱਖਿਆ ਦੀ ਬਾਣੀ ਹੈ ਸ੍ਰੀ ਚੌਪਈ ਸਾਹਿਬ, ਜਿੰਨਾ ਦਿਲ ਕਰੇ ਉਹਨਾਂ ਜਾਪ ਕਰਨਾ ਚਾਹੀਦਾ ਹੈ। ਮਹਾਰਾਜ ਦੀ ਬਾਣੀ ਰੱਖਿਆ ਕਰਦੀ ਹੈ। ਆਨੰਦ ਸਾਹਿਬ ਦੀ ਬਾਣੀ ਪੜ੍ਹਨੀ ਚਾਹੀਦੀ ਹੈ, ਹਿਰਦੇ ਦਾ ਆਨੰਦ ਖੇੜਾ ਲਿਆ ਕੇ ਆ ਜਾਂਦੀ ਹੈ। ਸੁਖਮਣੀ ਦੀ ਮਹਾਰਾਜ ਜੀ ਦੀ ਬਾਣੀ ਹੈ ਸੁੱਖਾਂ ਦੀ ਮਣੀ ਖਾਲਸਾ ਜੀ। ਜਿਹੜਾ ਕੋਈ ਸੁੱਖਾਂ ਦੀ ਮਣੀ ਸ੍ਰੀ ਸੁਖਮਨੀ ਸਾਹਿਬ ਨਾਲ ਜੁੜਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਦਾ ਦਿਨ ਸਫਲ ਕਰਦੇ ਨੇ, ਸਾਰੇ ਸਵਾਸੇ ਉਹਦੇ ਸਫਲ ਕਰਦੇ ਨੇ। ਸੋ ਮਹਾਰਾਜ ਦੀ ਇਹ ਪਾਵਨ ਪਵਿੱਤਰ ਬਾਣੀ, ਸਤਿਗੁਰੂ ਦਾ ਸਭ ਤੋਂ ਉੱਚਾ ਸੁੱਚਾ ਨਾਮ, ਮੂਲ ਮੰਤਰ, ਗੁਰ ਮੰਤਰ, ਜੇ ਕੋਈ ਇਹਨਾਂ ਦਾ ਅਭਿਆਸ ਕਰਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉੱਥੋਂ ਸਾਰੇ ਜਿਹੜੇ ਕਿਲਵਿਖ ਨੇ, ਇਹ ਸਾਰੇ ਜਿਹੜੇ ਵਿਘਨ ਨੇ ਖਤਮ ਹੋ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਸੋ ਸਤਿਗੁਰੂ ਦੀ ਸ਼ਰਨ ਆ ਕੇ, ਮਹਾਰਾਜ ਵਾਲੇ ਬਣ ਕੇ, ਗੁਰੂ ਵਾਲੇ ਬਣ ਕੇ ਮਹਾਰਾਜ ਦੀ ਬਾਣੀ ਜਪੀਏ, ਬਾਣੀ ਪੜ੍ਹੀਏ, ਆਪਣੇ ਬੱਚਿਆਂ ਨੂੰ ਪੜ੍ਹਾਈਏ, ਆਪਣੇ ਬੱਚਿਆਂ ਨੂੰ ਦਸੀਏ ਕਿ ਇਹੀ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਤਾਰਨ ਵਾਲੇ ਨੇ। ਕਿਉਂਕਿ ਸਾਨੂੰ ਆਪਣੇ ਆਪ ਨੂੰ ਸੋਝੀ ਨਹੀਂ, ਅਸੀਂ ਬੱਚਿਆਂ ਨੂੰ ਕਿੱਥੋਂ ਦੱਸ ਸਕਾਂਗੇ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਮਝਾਉਣਾ ਕੀਤਾ ਹੈ ਕਿ ਇਹ ਕਲਯੁਗ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਜਿਹੜਾ ਦੁੱਖ ਤਕਲੀਫ ਹੈ, ਜਿਹੜੀਆਂ ਇਹ ਗੁਪਤ ਸ਼ਕਤੀਆਂ ਸਾਨੂੰ ਤੰਗ ਕਰਦੀਆਂ ਨੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਨਾਲ ਖਤਮ ਹੋਣਗੀਆਂ।
ਇਹ ਮਹਾਰਾਜ ਦੇ ਨਾਮ ਜਪਿਆਂ ਵਾਸ ਵਿੱਚ ਹੋਣਗੀਆਂ, ਉਵੇਂ ਨਹੀਂ ਹੋ ਸਕਦੀਆਂ। ਉਵੇਂ ਕੋਈ ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕਦਾ ਹੈ। ਸੋ ਬਾਣੀ ਹੀ ਮਹਾਰਾਜ ਸੱਚੇ ਪਾਤਸ਼ਾਹ ਦੀ ਐਸੀ ਕਲਾ ਹੈ ਜਿਹੜੀ ਇਹਨਾਂ ਦੁੱਖਾਂ ਤਕਲੀਫਾਂ ਵਿੱਚੋਂ ਬੰਦੇ ਨੂੰ ਕੱਢ ਸਕਦੀ ਹੈ ਖਾਲਸਾ ਜੀ। ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨੇ 'ਤੇ ਹੋਣ ਵਾਲੀਆਂ ਖੇਡਾਂ ਜਿਹੜੀਆਂ ਆਪਾਂ ਨਿੱਤ ਸਰਵਣ ਕਰਦੇ ਹਾਂ ਖਾਲਸਾ ਜੀ, ਇਹ ਸ਼ਹੀਦਾਂ ਦੇ ਹਿੱਸੇ ਜਿਹੜੀ ਸੇਵਾ ਆਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਣਾ ਕੀਤੀ ਹੈ। ਸ਼ਹੀਦ ਸਿੰਘ ਆਪ ਆਪਣੇ ਦਰਾਂ 'ਤੇ ਸੰਗਤ ਨੂੰ ਸੱਦ ਕੇ ਆਪ ਬਾਣੀ ਦਾ ਜਾਪ ਕਰਵਾ ਕੇ ਸੰਗਤ ਵਿੱਚ ਬਿਠਾ ਕੇ ਨਵਾਜ ਕੇ ਫਿਰ ਉਹਨਾਂ ਦੀਆਂ ਝੋਲੀਆਂ ਭਰ ਰਹੇ ਨੇ। ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਖਾਲਸਾ ਜੀ। ਇਹ ਥੋੜ੍ਹੇ ਸਮੇਂ ਦੇ ਵਿੱਚ ਵੱਡੀ ਕਲਾ ਸ਼ਹੀਦਾਂ ਸਿੰਘਾਂ ਨੇ ਵਰਤਾਉਣਾ ਕੀਤੀ ਹੈ। ਅੱਜ ਬੱਚੇ ਦੇ ਮੂੰਹ ਦੇ ਉੱਤੇ ਨਾਂ ਹੈ ਸ਼ਹੀਦਾਂ ਸਿੰਘਾਂ ਦਾ, ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ। ਸੋ ਖਾਲਸਾ ਜੀ, ਇਹ ਕੋਈ ਵੱਡੀ ਸ਼ਕਤੀ ਜਿਹੜੀ ਕੰਮ ਕਰਦੀ ਹੈ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੀ। ਜਿਹੜਾ ਕੋਈ ਸ਼ਹੀਦਾਂ ਸਿੰਘਾਂ ਨਾਲ ਜੁੜਦਾ ਹੈ ਉਹਨਾਂ ਘਰੋਂ ਵੀ ਦੁੱਖ ਤੇ ਤਕਲੀਫ ਨੱਠ ਜਾਂਦੇ ਨੇ। ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਵੱਡੀ ਮਹਿਮਾ ਹੈ, ਵੱਡੀ ਵਡਿਆਈ ਹੈ। ਉਹ ਸਰਵਣ ਕਰੀਏ ਜਿਹੜੀ ਅੱਜ ਦੀ ਹੱਡ ਬੀਤੀ ਹੈ ਖਾਲਸਾ ਜੀ। ਸਾਨੂੰ ਇੱਕ ਭੈਣ ਨੇ ਦੱਸਣਾ ਕੀਤਾ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਉਹਨਾਂ 'ਤੇ ਵੱਡੀ ਕਿਰਪਾ ਹੁੰਦੀ ਹੈ, ਕਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਹਨਾਂ ਦੀ ਲਾਜ ਪੱਤ ਰੱਖੀ ਹੈ। ਉਹ ਭੈਣ ਜੀ ਦੱਸਦੇ ਨੇ ਕਿ ਮੈਂ ਸਟੱਡੀ ਕਰਕੇ ਕੰਪਲੀਟ ਕਰਕੇ ਘਰ ਵਿੱਚ ਬੱਚਿਆਂ ਨੂੰ ਪੜ੍ਹਾਉਂਦੀ ਸਾਂ ਅਤੇ ਉਸ ਤੋਂ ਬਾਅਦ ਘਰਦਿਆਂ ਨੇ ਮੇਰੇ ਵਾਸਤੇ ਰਿਸ਼ਤਾ ਲੱਭਿਆ। ਮੁੰਡਾ ਨਿਊਜ਼ੀਲੈਂਡ ਤੋਂ ਸੀ ਅਤੇ ਉਹ ਪੰਜਾਬ ਆਏ ਹੋਏ ਸੀ। ਉਸ ਵੇਲੇ ਮੇਰੀ ਅੰਗੇਜਮੈਂਟ ਹੋਈ। ਜਦੋਂ ਅੰਗੇਜਮੈਂਟ ਹੋਈ ਉਦੋਂ ਮੈਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਸੀ। ਬੜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸੀ ਵੀ ਸਾਰਾ ਕੁਝ ਵਧੀਆ ਹੋ ਗਿਆ। ਪਰ ਕਹਿੰਦੇ ਜਦੋਂ ਅੰਗੇਜਮੈਂਟ ਹੋ ਗਈ, ਜਿਹੜੇ ਮੇਰੇ ਹਸਬੈਂਡ ਸੀ ਹੋਣ ਵਾਲੇ ਉਹ ਬਾਹਰ ਚਲੇ ਗਏ, ਮੈਂ ਇੱਥੇ ਸੀ। ਉਹਨਾਂ ਨੇ 1 ਸਾਲ ਦਾ ਟਾਈਮ ਪਾਇਆ ਕਿ ਅਸੀਂ ਅਗਲੇ ਸਾਲ ਜਦੋਂ ਆਵਾਂਗੇ ਉਦੋਂ ਵਿਆਹ ਕਰ ਦੇਵਾਂਗੇ। ਸੋ ਅਗਲੇ ਸਾਲ ਦਾ ਸਮਾਂ ਬਿਲਕੁਲ ਲਾਗੇ ਆ ਗਿਆ ਸੀ, ਜਿਵੇਂ 6-7 ਮਹੀਨੇ ਲੰਘ ਗਏ ਸੀ। ਹੁਣ ਵਿਆਹ ਦੀਆਂ ਤਿਆਰੀਆਂ ਸੀ, ਘਰ ਦੇ ਵੀ ਸਾਰਾ ਖਰਚਾ ਪਾਣੀ ਇਕੱਠਾ ਕਰਦੇ ਸੀ, ਸਮਾਨ ਵਗੈਰਾ ਇਕੱਠਾ ਕਰਦੇ ਸੀ। ਸੋ ਮੇਰੇ ਨਾਲ ਇੱਕ ਇਹੋ ਜਿਹੀ ਖੇਡ ਵਰਤੀ ਕਿ ਮੈਨੂੰ ਪਹਿਲਾਂ ਬੁਖਾਰ ਹੋਇਆ। ਬੁਖਾਰ ਇੰਨਾ ਕੁ ਜ਼ਿਆਦਾ ਹੋਇਆ ਕਿ ਮੇਰੀ ਜਿਹੜੀ ਚੰਗੀ ਭਲੀ ਸਿਹਤ ਸੀ ਉਹਨੂੰ ਖਰਾਬ ਕਰ ਗਿਆ। ਮੈਂ ਬਿਲਕੁਲ ਇਵੇਂ ਹੋ ਗਈ ਜਿੱਦਾਂ ਕੋਈ ਕਾਨਾ ਹੁੰਦਾ, ਇੱਦਾਂ ਦਾ ਮੇਰਾ ਸਰੀਰ ਬਿਲਕੁਲ ਸੁੱਕ ਗਿਆ। ਇੰਨਾ ਜ਼ਿਆਦਾ ਮੈਨੂੰ ਬੁਖਾਰ ਹੋਇਆ। ਉਸ ਵੇਲੇ ਮੈਂ ਜ਼ਿਆਦਾ ਤੰਗ ਰਹੀ। ਪਰ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ 'ਤੇ ਮੈਂ ਜਾਂਦੀ ਹੁੰਦੀ ਸਾਂ ਵਿਆਹ ਤੋਂ ਪਹਿਲਾਂ ਵੀ ਬਾਬਾ ਦੀਪ ਸਿੰਘ ਸਾਹਿਬ ਮੇਰੇ ਕੋਲੋਂ ਸੇਵਾ ਲੈਂਦੇ ਹੁੰਦੇ ਸੀ। ਮੈਂ ਚੁਪਹਿਰਾ ਸਾਹਿਬ ਦੀ ਸੇਵਾ ਕਰਦੀ ਹੁੰਦੀ ਸਾਂ। ਪਰ ਮੇਰੇ ਕੋਲ ਇੱਕ ਗਲਤੀ ਹੋਈ ਸੀ। ਮੈਂ ਜਦੋਂ ਕੋਈ ਚੀਜ਼ ਲੈਂਦੀ ਸਾਂ ਬਾਬਾ ਦੀਪ ਸਿੰਘ ਸਾਹਿਬ ਜੀ ਕੋਲ ਮੰਗਦੀ ਸਾਂ, ਮੈਂ ਅਰਦਾਸ ਕਰਦੀ ਸਾਂ ਕਿ ਬਾਬਾ ਜੀ ਕਿ ਮੈਂ 5 ਚੁਪਹਿਰੇ ਕਰੂੰਗੀ ਜਾਂ 11 ਚੁਪਹਿਰੇ ਕਰੂੰਗੀ, ਤੁਸੀਂ ਐਵੇਂ ਕਰ ਦਿਓ। ਕਹਿੰਦੀ ਜਦੋਂ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੇ 'ਤੇ ਕਿਰਪਾ ਕਰ ਦਿੰਦੇ ਸੀ, ਕਈ ਵਾਰੀ 9 ਚੁਪਹਿਰਿਆਂ 'ਤੇ ਕਿਰਪਾ ਹੋ ਜਾਂਦੀ ਸੀ ਅਤੇ ਮੈਂ ਇਹ ਗਲਤੀ ਕਰਦੀ ਸਾਂ, ਮੈਂ ਅਗਲੇ 2 ਕਰਦੀ ਹੀ ਨਹੀਂ ਸਾਂ। ਸੋ ਸਾਡੇ ਵਿੱਚੋਂ ਵੀ ਕਈ ਐਵੇਂ ਕਰਦੇ ਹੋਣਗੇ। ਕਹਿੰਦੀ ਮੈਂ ਅਗਲੇ ਜਿਹੜੇ 2 9 'ਚ ਪੂਰੇ ਹੋ ਗਏ ਮੈਂ ਉਦੋਂ ਹੀ ਛੱਡ ਦੇਣਾ, ਫਿਰ ਮੈਂ ਜਾਣਾ ਨਾ। ਅਤੇ ਇਹ ਅਕਿਰਤ ਘਣ ਦੀ ਨਿਸ਼ਾਨੀ ਹੈ। ਮੈਂ ਉਹ ਭੈਣ ਨੂੰ ਦੱਸਣਾ ਵੀ ਕੀਤਾ ਸੀ, ਪਰ ਵੀਡੀਓ ਵਿੱਚ ਵੀ ਬੋਲਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਮਹਾਰਾਜ ਨਾਲ ਕੋਈ ਦਾਅਵਾ ਕਰਦੇ ਹਾਂ, ਕਿਸੇ ਚੀਜ਼ ਦਾ ਭੇਟਾ ਰੱਖਦੇ ਹਾਂ, ਉਹ ਭੇਟਾਂ ਨੂੰ ਪੂਰੇ ਕਰਨਾ ਚਾਹੀਦਾ। ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੂਰਨ ਦੇਣੀ ਚਾਹੀਦੀ ਹੈ। ਨਹੀਂ ਤਾਂ ਅਸੀਂ ਲੂਣ ਹਰਾਮੀ ਹੋ ਜਾਂਦੇ ਹਾਂ। ਲੂਣ ਹਰਾਮੀ ਜਦੋਂ ਹੋ ਜਾਂਦੇ ਹਾਂ ਫਿਰ ਸਤਿਗੁਰੂ ਸਾਡਾ ਵਿਸ਼ਵਾਸ ਨਹੀਂ ਕਰਦੇ, ਸਾਡਾ ਵਿਸ਼ਾਹ ਨਹੀਂ ਖਾਂਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਨਾਲ ਕਦੀ ਐਵੇਂ ਨਹੀਂ ਕਰਨਾ ਚਾਹੀਦਾ। ਸੰਸਾਰ ਦੇ ਲੋਕਾਂ ਨਾਲ ਤਾਂ ਚੱਲਦਾ, ਆਪਾਂ ਕਹਿ ਦਿੰਦੇ ਹਾਂ ਕਿ ਕੋਈ ਗੱਲ ਨਹੀਂ ਵੀ ਠੱਗੀ ਮਾਰ ਲਈ, ਪਰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਠੱਗੀ ਨਹੀਂ ਵੱਜਦੀ, ਸ਼ਹੀਦਾਂ ਸਿੰਘਾਂ ਨਾਲ ਠੱਗੀ ਨਹੀਂ ਵੱਜਦੀ। ਅਤੇ ਉਹ ਭੈਣ ਕਹਿੰਦੀ ਕਿ ਮੇਰੇ ਨਾਲ ਜਿਹੜੇ ਮੈਂ ਉਹ ਕੰਮ ਕੀਤੇ ਸੀ ਉਹਦੇ ਕਰਕੇ ਹੀ ਮੇਰੇ 'ਤੇ ਇਹ ਦੁੱਖ ਆਇਆ ਵੀ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ। ਮੇਰਾ ਫੇਸ ਵੀ ਜਿਹੜਾ ਬਿਲਕੁਲ ਸੁੱਕ ਗਿਆ ਅਤੇ ਮੈਨੂੰ ਸਹੁਰੇ ਪਰਿਵਾਰ ਵੱਲੋਂ ਇਹ ਕਹਿਣ ਲੱਗ ਪਏ ਵੀ ਤੈਨੂੰ ਕੀ ਹੋ ਗਿਆ, ਵੀ ਤੂੰ ਕਿਉਂ ਇੰਨੀ ਬਿਮਾਰ ਹੋ ਗਈ, ਇੰਨੀ ਪਤਲੀ ਕਿਉਂ ਹੋ ਗਈ, ਵੀ ਤੂੰ ਚੰਗੀ ਨਹੀਂ ਹੁਣ ਲੱਗਦੀ। ਇੱਥੋਂ ਤੱਕ ਵੀ ਮੇਰੇ ਘਰ ਵਾਲੇ ਨੇ ਮੈਨੂੰ ਕਹਿ ਦਿੱਤਾ ਵੀ ਤੇਰਾ ਫੇਸ ਹੁਣ ਚੰਗਾ ਜਿਹਾ ਨਹੀਂ ਲੱਗਦਾ, ਤੂੰ ਐਵੇਂ ਲੱਗਦੀ ਹੈ, ਤੇਰੀ ਉਮਰ ਜ਼ਿਆਦਾ। ਕਹਿੰਦੀ ਜਦੋਂ ਉਹਨੇ ਇੰਨੀ ਗੱਲ ਕਹੀ ਮੈਨੂੰ ਬੜਾ ਦੁੱਖ ਲੱਗਾ, ਬਹੁਤ ਜ਼ਿਆਦਾ ਦੁੱਖ ਲੱਗਾ। ਮੈਂ ਉਸ ਦਿਨ ਬਹਿ ਕੇ ਬੜਾ ਰੋਈ ਅਤੇ ਮੈਂ ਬਾਬਾ ਦੀਪ ਸਿੰਘ ਸਾਹਿਬ ਨੂੰ ਚੇਤੇ ਕੀਤਾ। ਮੈਂ ਕਿਹਾ ਬਾਬਾ ਜੀ ਵੀ ਕਿਰਪਾ ਕਰੋ ਮਹਾਰਾਜ, ਮੈਂ ਤਾਂ ਚੰਗੀ ਭਲੀ ਸਾਂ, ਮੈਨੂੰ ਕਿਉਂ ਇਹ ਬੁਖਾਰ ਹੋਇਆ, ਕਿਉਂ ਇੱਦਾਂ ਦੇਹੀ ਨੂੰ ਰੋਗ ਲੱਗਾ ਕਿ ਸਾਰਾ ਸਰੀਰ ਜਿਹੜਾ ਖਰਾਬ ਹੋ ਗਿਆ। ਅਤੇ ਕਹਿੰਦੀ ਮੈਨੂੰ ਚੇਤਾ ਇੱਕ ਦਿਨ ਰਾਤ ਨਾ ਮੈਂ ਬੈਠੀ ਸਾਂ, ਪਾਠ ਕਰਦੀ ਸੀ ਸ਼ਾਮ ਨੂੰ, ਅਤੇ ਸੌਣ ਲੱਗਿਆ ਮੈਂ ਉੱਦਾਂ ਵੀ ਪਾਠ ਕਰਕੇ ਸੌਂਦੀ ਹਾਂ, ਕਈ ਵਾਰੀ ਸੁਖਮਨੀ ਸਾਹਿਬ ਕਰ ਲੈਂਦੀ ਹਾਂ। ਕਹਿੰਦੀ ਮੈਂ ਪਾਠ ਕਰਦੀ ਸਾਂ, ਪਾਠ ਕਰਦੀ ਨੂੰ ਫੁਰਨਾ ਐਵੇਂ ਬਣਿਆ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮਹਾਰਾਜ ਦੀ ਜਿਵੇਂ ਆਵਾਜ਼ ਆਈ ਹੋਵੇ ਜਾਂ ਕਿਸੇ ਸਿੰਘ ਦੀ ਆਵਾਜ਼ ਆਈ ਹੋਵੇ। ਮੈਨੂੰ ਇੱਦਾਂ ਫੁਰਨਾ ਆਇਆ ਕਿ ਮੈਂ ਜਿਹੜੇ ਸੁੱਖੇ ਸੀਗੇ ਚੁਪਹਿਰਾ ਸਾਹਿਬ ਮੈਂ ਪੂਰੇ ਨਹੀਂ ਕੀਤੇ, ਪੂਰੇ ਨਾ ਕਰਨ ਕਰਕੇ ਮੇਰੇ ਨਾਲ ਐਵੇਂ ਹੋਇਆ। ਚਲੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਦੇ ਕਿਸੇ ਦਾ ਬੁਰਾ ਨਹੀਂ ਤੱਕਦੇ, ਪਰ ਜੇ ਮਹਾਰਾਜ ਨੂੰ ਭੇਟਾ ਸੁੱਖ ਲਈ ਹੈ ਸੇਵਾ ਦੀ, ਜੇ ਬਾਣੀ ਦੇ ਜਾਪ ਸੁੱਖ ਲਏ ਤੇ ਉਹ ਪੂਰੇ ਕਰਨੇ ਚਾਹੀਦੇ ਨੇ। ਉਹ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਦੱਸੀ ਹੋਈ ਭੇਟਾ ਉਹ ਤੋਂ ਭੱਜਣਾ ਨਹੀਂ ਚਾਹੀਦਾ ਬੰਦੇ ਨੂੰ। ਜਦੋਂ ਆਪਾਂ ਭੱਜਦੇ ਹਾਂ ਫਿਰ ਤਕਲੀਫ ਹੁੰਦੀ ਹੈ। ਸੋ ਖਾਲਸਾ ਜੀ, ਉਹ ਭੈਣ ਕਹਿੰਦੀ ਮੇਰੇ ਮਨ ਵਿੱਚ ਇਹ ਚੀਜ਼ ਆਈ, ਮੈਂ ਦੇਗ ਬਣਾ ਕੇ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਮੈਨੂੰ ਮਾफ़ ਕਰ ਦਿਓ, ਵੀ ਮੈਂ ਜਿਹੜੇ ਰਹਿੰਦੇ ਨੇ ਉਹ ਮੈਂ ਜ਼ਰੂਰ ਕਰੂੰਗੀ।
ਕਹਿੰਦੀ 2 ਚੁਪਹਿਰੇ ਇੱਕ ਵਾਰੀ ਰਹਿੰਦੇ ਸੀਗੇ। ਇੱਕ ਚੁਪਹਿਰਾ ਮੈਂ ਪਹਿਲਾਂ ਇੱਕ ਛੱਡਿਆ ਹੋਇਆ ਸੀ, ਉਹ 4 ਚੁਪਹਿਰਿਆਂ ਦੇ ਵਿੱਚ ਅਰਦਾਸ ਪੂਰੀ ਹੋ ਗਈ ਸੀ, ਮੈਂ 5ਵਾਂ ਕੀਤਾ ਹੀ ਨਹੀਂ। ਸੋ ਮੈਂ ਐਵੇਂ ਅਰਦਾਸ ਕਰਕੇ ਅਤੇ ਬਾਬਾ ਦੀਪ ਸਿੰਘ ਸਾਹਿਬ ਅੱਗੇ ਬੇਨਤੀ ਕਰਕੇ 3 ਦਿਨਾਂ 4 ਦਿਨਾਂ ਵਿੱਚ ਪੂਰੇ ਕਰਤੇ ਚੁਪਹਿਰਾ ਸਾਹਿਬ ਜਿਹੜੇ ਰਹਿੰਦੇ ਸੀ, ਕਰਕੇ ਦੇਗ ਬਣਾ ਕੇ ਅਰਦਾਸ ਕੀਤੀ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਰਹਿਮਤ ਕਿਰਪਾ ਹੋਈ, ਮੈਂ ਅਰੋਗ ਹੋ ਗਈ ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾਣ ਦਾ ਫੁਰਨਾ ਮੈਨੂੰ ਹੋਇਆ। ਅਤੇ ਉਸ ਦਿਨ ਜਿਸ ਦਿਨ ਮੈਨੂੰ ਕਹਿੰਦੀ ਫੁਰਨਾ ਹੋਇਆ, ਉਸ ਦਿਨ ਮੈਂ ਗੁਰੂ ਘਰ ਜਾ ਕੇ ਦਰਸ਼ਨ ਮੇਲੇ ਕਰਨ ਗਈ ਸੀ, ਮਹਾਰਾਜ ਦੇ ਪਿੰਡ ਵਾਲੇ ਗੁਰੂ ਘਰ। ਜਦੋਂ ਮੈਂ ਦਰਸ਼ਨ ਕਰਨ ਗਈ ਅਤੇ ਉਸ ਦਿਨ ਮਹਾਰਾਜ ਅੱਗੇ ਅਰਦਾਸ ਕੀਤੀ, ਮਹਾਰਾਜ ਰਾਹੇ ਪਾਓ, ਮਿਹਰ ਕਰੋ, ਕਿਰਪਾ ਕਰੋ। ਕਹਿੰਦੀ ਮੈਂ ਜਦੋਂ ਉੱਥੇ ਬੋਰਡ ਲੱਗਾ ਹੁੰਦਾ ਜਿੱਥੇ ਹੁਕਮਨਾਮਾ ਸਾਹਿਬ ਲਿਖਿਆ ਹੁੰਦਾ, ਖਾਲਸਾ ਜੀ ਜਿਹੜਾ ਮਹਾਰਾਜ ਦਾ ਹੁਕਮਨਾਮਾ ਸਾਹਿਬ ਹੁੰਦਾ ਸਾਡੇ ਪ੍ਰਥਾਏ ਹੁੰਦਾ। ਮਹਾਰਾਜ ਦੇ ਹੁਕਮਨਾਮੇ ਦੀ ਸੋਝੀ ਨਹੀਂ ਤਾਂ ਕਿਸੇ ਕੋਲੋਂ ਪੁੱਛ ਲੈਣਾ ਚਾਹੀਦਾ ਵੀ ਮਹਾਰਾਜ ਸਾਨੂੰ ਕੀ ਕਹਿਣਾ ਚਾਹੁੰਦੇ ਨੇ। ਜਦੋਂ ਹੁਕਮਨਾਮਾ ਪੜ੍ਹਿਆ ਉਹਦੇ ਵਿੱਚ ਸ਼ਬਦ ਸੀ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਕਹਿੰਦੀ ਉਸ ਦਿਨ ਮੇਰੇ ਮਨ ਵਿੱਚ ਵੀ ਫੁਰਨਾ ਆਇਆ ਸੀ ਵੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾਵਾਂ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੈਨੂੰ ਦੱਸਣਾ ਵੀ ਕੀਤਾ ਕਿ ਸਾਰੇ ਪਾਪ ਉਤਰ ਜਾਂਦੇ ਨੇ ਜੇ ਗੁਰੂ ਰਾਮਦਾਸ ਮਹਾਰਾਜ ਦੇ ਸਰੋਵਰ ਵਿੱਚ ਇਸ਼ਨਾਨ ਕਰ ਲਈਏ। ਸਾਰੇ ਕੀਤੇ ਕਮਾਏ ਹੋਏ ਪਾਪ ਖਤਮ ਹੋ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਸੋ ਕਹਿੰਦੀ ਮੈਂ ਉਸ ਦਿਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾ ਕੇ ਇਸ਼ਨਾਨ ਕੀਤਾ, ਦੇਗ ਕਰਵਾਈ। ਸਤਿਗੁਰੂ ਦੀ ਐਸੀ ਕਿਰਪਾ ਹੋਈ 15-20 ਦਿਨਾਂ ਦੇ ਵਿੱਚ ਮੇਰਾ ਸਰੀਰ ਦਾ ਰੋਗ ਹੋ ਗਿਆ, ਬਿਲਕੁਲ ਮੈਂ ਸਹੀ ਹੋ ਗਈ। ਮੇਰਾ ਹੌਲੀ ਹੌਲੀ ਆਪਣੇ ਆਪ ਫੇਸ ਭਾਰਾ ਹੋਣ ਲੱਗ ਪਿਆ, ਜਿਵੇਂ ਦਾ ਮੇਰਾ ਪਹਿਲਾਂ ਸਰੀਰ ਸੀ ਉਵੇਂ ਦਾ ਹੋਣ ਲੱਗ ਪਿਆ। ਕਹਿੰਦੀ ਬਾਅਦ ਵਿੱਚ ਇੱਕ ਹੋਰ ਖੇਡ ਹੁੰਦੀ ਆ, ਕਹਿੰਦੀ ਮੇਰੇ ਇੱਕ ਮੋਕਾ ਨਿਕਲ ਆਉਂਦਾ ਗਲ ਦੇ ਉੱਤੇ, ਇੱਕ ਛੋਟਾ ਜਿਹਾ ਮੋਕਾ। ਪਹਿਲਾਂ 2-3 ਦਿਨ ਛੋਟੀ ਖੁਰਕ ਹੁੰਦੀ ਹੈ, ਫਿਰ ਛੋਟਾ ਜਿੱਦਾਂ ਦਾਣਾ ਨਿਕਲਦਾ ਹੈ, ਉਸ ਤੋਂ ਬਾਅਦ ਮੋਕਾ ਬਣ ਜਾਂਦਾ। ਕਹਿੰਦੀ ਮੈਂ 2-3 ਜਗ੍ਹਾ ਦਵਾਈ ਲਈ ਅਤੇ ਉਹ ਕੋਈ ਫਾਇਦਾ ਨਹੀਂ ਹੋਇਆ, ਉਹ ਵੱਧ ਗਿਆ। ਉਹ ਜਦੋਂ ਕਾਫੀ ਵੱਡਾ ਹੋਣ ਲੱਗ ਪਿਆ, ਲਮਕਣ ਲੱਗ ਪਿਆ, 10-15 ਦਿਨਾਂ 'ਚ ਵੱਧ ਗਿਆ ਉਹ। ਉਸ ਤੋਂ ਬਾਅਦ ਕਹਿੰਦੀ ਮੇਰੀਆਂ ਅੱਖਾਂ ਦੇ ਥੱਲੇ ਵੀ ਨਿਕਲ ਆਏ ਛੋਟੇ ਦਾਣੇ, ਮੋਕੇ ਦੀ ਤਰ੍ਹਾਂ ਥੱਲੋਂ ਨਿਕਲ ਆਏ। ਅਤੇ ਉਸ ਵੇਲੇ ਫਿਰ ਮੇਰੇ ਜਿਹੜਾ ਘਰ ਵਾਲਾ ਸੀ ਉਹ ਵੀ ਠੀਕ ਹੋ ਗਿਆ ਸੀ ਵੀ ਹਾਂ ਵੀ ਇਹ ਠੀਕ ਹੋ ਗਈ ਆ, ਵੀ ਇਹਨੂੰ ਕੋਈ ਰੋਗ ਲੱਗਾ ਸੀ, ਚਲੋ ਠੀਕ ਹੋ ਗਈ। ਪਰ ਉਸ ਤੋਂ ਬਾਅਦ ਇਹ ਵਾਲਾ ਚੱਕਰ ਹੋ ਗਿਆ, ਥੋੜ੍ਹੇ ਦਿਨਾਂ ਬਾਅਦ ਮੇਰੇ ਮੋਕਾ ਨਿਕਲ ਆਇਆ। ਉਹਨੇ ਮੈਨੂੰ ਮੋਕੇ ਦੀ ਗੱਲ ਦਾ ਵੀ ਤਾਨਾ ਮਾਰਤਾ। ਜਦੋਂ ਉਹ ਵੀ ਗੱਲ ਕੀਤੀ, ਉਹ ਮੈਨੂੰ ਆਪ ਨੂੰ ਵੀ ਬੜਾ ਬੁਰਾ ਲੱਗਦਾ ਸੀ ਵੀ ਮੇਰੇ ਫੇਸ ਦੇ ਉੱਤੇ ਨਿਕਲ ਆਇਆ। ਥੋੜ੍ਹੇ ਟਾਈਮ ਤੱਕ ਮੇਰਾ ਵਿਆਹ ਆ, ਸਾਰੇ ਲੋਕੀ ਮੈਨੂੰ ਕੀ ਕਹਿਣਗੇ। ਕੁੜੀਆਂ ਨੂੰ ਖਾਲਸਾ ਜੀ ਉਵੇਂ ਵੀ ਹੁੰਦਾ ਹੈ ਕਿ ਕੋਈ ਕਿਸੇ ਪ੍ਰਕਾਰ ਦਾ ਤਾਨਾ ਨਾ ਵਿਆਹ ਦੇ ਵਿੱਚ ਮਾਰ ਦੇਵੇ, ਕੋਈ ਮੇਰੇ ਮਾਂ ਪਿਓ ਨੂੰ ਕੋਈ ਗੱਲ ਨਾ ਕਹਿ ਦੇਵੇ। ਸੋ ਇਹ ਆਮ ਕਰਕੇ ਧੀਆਂ ਨੂੰ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੈ ਭਾਈ। ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਬੇਨਤੀ ਵੀ ਹੈ ਕਿ ਸਤਿਗੁਰੂ ਜਿਨ੍ਹਾਂ ਨੂੰ ਧੀਆਂ ਦਿੰਦੇ ਹਨ ਉਹਨਾਂ ਧੀਆਂ ਨੂੰ ਅਰੋਗ ਕਰਕੇ ਮਹਾਰਾਜ ਜੀ ਬਖਸ਼ਣ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦੀਆਂ ਝੋਲੀਆਂ ਭਰਨ, ਕਿਉਂਕਿ ਧੀਆਂ ਬਾਝੋਂ ਵੀ ਸੰਸਾਰ ਚੱਲ ਨਹੀਂ ਸਕਦਾ। ਸੋ ਇਹ ਖਾਲਸਾ ਜੀ ਆਮ ਕਰਕੇ ਬੀਬੀਆਂ ਦੇ ਮਨ ਵਿੱਚ ਹੁੰਦਾ ਹੈ ਕਿ ਮੈਂ ਸੋਹਣੀ ਲੱਗਾ, ਮੈਂ ਚੰਗੀ ਲੱਗਾ ਅਤੇ ਗੁਣਾਂ ਵਾਲੀ ਸੰਸਕਾਰੀ ਲੱਗਾ, ਤਾਂ ਜੋ ਮੇਰੀ ਸਹੁਰੇ ਘਰ ਜਾ ਕੇ ਇੱਜ਼ਤ ਹੋਵੇ। ਸੋ ਖਾਲਸਾ ਜੀ ਇਵੇਂ ਹੀ ਅਕਾਲ ਪੁਰਖ ਵਾਹਿਗੁਰੂ ਦਾ ਘਰ ਹੈ। ਜਿਵੇਂ ਕੁੜੀਆਂ ਇੱਥੇ ਸੱਜ ਧੱਜ ਕੇ ਸੋਹਣੀਆਂ ਬਣ ਕੇ ਗੁਣਵਾਨ ਬਣ ਕੇ ਜਾਂ ਗੁਣ ਸਿੱਖ ਕੇ ਇਹ ਚਾਹੁੰਦੀਆਂ ਨੇ ਕਿ ਸਹੁਰਾ ਪਰਿਵਾਰ ਉਹਨਾਂ ਦੀ ਮਹਿਮਾ ਕਰੇ, ਸਹੁਰਾ ਪਰਿਵਾਰ ਉਹਨਾਂ ਨੂੰ ਚੰਗੀਆਂ ਸਮਝੇ, ਧੀਆਂ ਸਮਝਣ। ਇਵੇਂ ਹੀ ਅਕਾਲ ਪੁਰਖ ਵਾਹਿਗੁਰੂ ਦੇ ਘਰ ਜਦੋਂ ਅਸੀਂ ਜਾਣਾ ਹੈ, ਸਾਰੇ ਬੰਦਿਆਂ ਨੇ, ਬੀਬੀਆਂ ਨੇ, ਅਸੀਂ ਕਿਉਂਕਿ ਉਸ ਦਰ ਦੀਆਂ ਜੀਵ ਇਸਤਰੀਆਂ ਹਾਂ। ਇਹ ਸਾਡਾ ਪੇਕਾ ਪਿੰਡ ਹੈ, ਧਰਤੀ ਜਿੱਥੇ ਬੈਠੀਆਂ ਹਾਂ। ਸੋ ਆਪਾਂ ਅੱਗੇ ਜਾਣਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਘਰ, ਉਹ ਸਹੁਰਾ ਪਰਿਵਾਰ ਹੈ। ਸੋ ਜਿਵੇਂ ਇੱਥੇ ਅਸੀਂ ਆਪਣੀ ਧੀਆਂ ਨੂੰ ਗੁਣ ਸਿਖਾ ਕੇ ਕੁਝ ਕੰਮ ਕਈ ਪ੍ਰਕਾਰ ਦਾ ਸਿਖਾ ਕੇ ਘੱਲਦੇ ਹਾਂ ਕਿ ਸਹੁਰੇ ਘਰ ਜਾ ਕੇ ਇੱਜ਼ਤ ਹੋਵੇ, ਇਵੇਂ ਭਾਈ ਸਾਡੇ ਸਰੀਰ ਨੂੰ, ਸਾਡੀ ਆਤਮਾ ਨੂੰ ਲੋੜ ਹੈ ਇੱਥੇ ਗੁਣ ਸਿੱਖਣ ਦੀ। ਗੁਣ ਸਿੱਖ ਕੇ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਘਰ ਜਾਵਾਂਗੇ, ਉੱਥੇ ਸੋਭਾ ਹੋਵੇਗੀ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਨਾਲ ਲਾਉਣਗੇ, ਸੋ ਮੁਕਤੀ ਬਖਸ਼ ਦੇਣਗੇ। ਸੋ ਜੇ ਅਸੀਂ ਕੁਛ ਵੀ ਕਰਕੇ ਨਹੀਂ ਜਾਵਾਂਗੇ, ਜਿੱਦਾਂ ਕਿ ਜਿਹੜੀਆਂ ਬੀਬੀਆਂ ਦਾ ਭੈੜਾ ਸੁਭਾਅ ਹੁੰਦਾ ਹੈ, ਉਹ ਪੇਕੇ ਪਿੰਡ ਵੀ ਲੜਾਈ ਪਾ ਛੱਡਦੀਆਂ ਅਤੇ ਸਹੁਰੇ ਪਰਿਵਾਰ ਜਾ ਕੇ ਤੇ ਕਲੇਸ਼ ਪਾਉਂਦੀਆਂ ਨੇ, ਉਹੋ ਜਿਹੇ ਇਨਸਾਨ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਜਾ ਕੇ ਫਿਰ ਧਰਮਰਾਜੇ ਦੀ ਕਚਹਿਰੀ ਵਿੱਚ ਖੜ੍ਹਦੇ ਨੇ, ਫਿਰ ਸਜ਼ਾ ਮਿਲਦੀ ਹੈ। ਸੋ ਆਪਾਂ ਗੁਣ ਸਿੱਖ ਕੇ ਆਪਣੀਆਂ ਧੀਆਂ ਨੂੰ ਗੁਣ ਸਿਖਾਈਏ, ਚੰਗੇ ਕੰਮ ਸਿਖਾਈਏ। ਜਿਹੜਾ ਕੰਮ ਕੋਈ ਸੰਸਾਰ ਦੇ ਵਿੱਚ ਵਿਗਾੜ ਪਾਉਂਦਾ ਹੈ, ਉਸ ਤੋਂ ਆਪਣੀਆਂ ਧੀਆਂ ਨੂੰ ਰੋਕਣਾ ਕਰੀਏ। ਆਪਣੇ ਘਰ ਦੀ ਇੱਜ਼ਤ ਆਪਣੇ ਹੱਥ ਹੁੰਦੀ ਹੈ ਖਾਲਸਾ ਜੀ। ਚੰਗੇ ਗੁਣ, ਸ਼ੁਭ ਗੁਣ ਆਪਣੀਆਂ ਧੀਆਂ ਨੂੰ ਸਿਖਾਈਏ, ਤਾਂ ਜੋ ਅੱਗੇ ਜਾ ਕੇ ਧੀਆਂ ਵੀ ਸੁਖੀ ਵਸਣ ਅਤੇ ਸਾਡੀ ਵੀ ਇੱਜ਼ਤ ਹੋਵੇ। ਸੋ ਖਾਲਸਾ ਜੀ, ਮਹਾਰਾਜ ਸੱਚੇ ਪਾਤਸ਼ਾਹ ਅੱਗੇ ਹਮੇਸ਼ਾ ਅਰਦਾਸ ਕਰੋ ਕਿ ਸਤਿਗੁਰੂ ਜੀ ਸਾਡਾ ਪਰਦਾ ਕੱਜ ਕੇ ਰੱਖਣਾ, ਕਿਉਂਕਿ ਇੱਜ਼ਤ ਪਦ ਦੇ ਰਾਖੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਹਨ। ਉਹਨਾਂ ਤੋਂ ਬਿਨਾਂ ਕੋਈ ਇੱਜ਼ਤ ਨਹੀਂ ਰੱਖ ਸਕਦਾ, ਕੋਈ ਅਣਖ ਨਹੀਂ ਰੱਖ ਸਕਦਾ। ਸੋ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਵੇਂ ਉਹਨਾਂ 'ਤੇ ਕਿਰਪਾ ਹੁੰਦੀ ਹੈ। ਭੈਣ ਕਹਿੰਦੀ ਜਿਵੇਂ ਮੋਕੇ ਮੇਰੇ ਨਿਕਲ ਆਏ, ਉਸ ਤੋਂ ਬਾਅਦ ਦੋਵਾਂ ਅੱਖਾਂ ਦੇ ਥੱਲੇ ਨਿਕਲ ਆਏ। ਮੈਂ ਕਾਫੀ ਦਵਾਈ ਲਈ, ਬੜਾ ਕੁਛ, ਕਈ ਸਥਾਨਾਂ 'ਤੇ ਮੈਂ ਇਸ਼ਨਾਨ ਕੀਤੇ, ਪਰ ਕੋਈ ਫਰਕ ਨਹੀਂ ਪਿਆ। ਸੋ ਉਸ ਤੋਂ ਬਾਅਦ ਭੈਣ ਕਹਿੰਦੀ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਬੇਨਤੀ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ, ਮੈਂ 5 ਚੁਪਹਿਰੇ ਆਪ ਜੀ ਦੇ ਸਥਾਨ 'ਤੇ ਕੱਟਾਂਗੀ,
ਕਿਰਪਾ ਕਰੋ। ਤੇ ਉਹ ਤੋਂ ਇਲਾਵਾ ਮੈਂ ਸੁਖਮਨੀ ਸਾਹਿਬ ਦੇ ਜਾਪ ਕਰਾਂਗੀ ਜਿੰਨੇ ਮੇਰੇ ਕੋਲ ਹੋ ਸਕਣ। ਮਹੀਨੇ ਵਿੱਚ ਮੈਂ ਜਿੰਨੇ ਕਰ ਸਕਾਂ, ਵੱਧ ਤੋਂ ਵੱਧ ਕਰ ਸਕਾਂ। ਇੱਕ ਦਿਨ ਵਿੱਚ ਭਾਵੇਂ 2 ਕਰਾਂ ਚਾਹੇ 3 ਕਰਾਂ, ਕਿਰਪਾ ਕਰਿਓ ਵੀ ਮੇਰਾ ਮੋਕੇ ਹਟਾ ਦਿਓ। ਕਹਿੰਦੀ ਮੈਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕਰਕੇ ਤੇ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਤੇ ਜਾ ਕੇ ਜੋਤ ਵਿੱਚ ਘਿਓ ਪਾਇਆ ਤੇ ਉੱਥੋਂ ਘਿਓ ਲੈ ਕੇ ਘਰ ਆਈ। ਉਹ ਜਿਹੜਾ ਘਿਓ ਸੀ ਉਹ ਮੈਂ ਮੋਕਿਆਂ ਤੇ ਮਲਣਾ ਕੀਤਾ, ਥੋੜ੍ਹਾ ਥੋੜ੍ਹਾ ਅੱਖਾਂ ਥੱਲੇ ਲਾਉਣਾ ਕੀਤਾ ਤੇ ਮੋਕਿਆਂ ਤੇ ਜਦੋਂ ਜਿੱਥੇ ਜਿੱਥੇ ਮੋਕੇ ਹੋਏ ਸੀ ਉੱਥੇ ਮਲਣਾ ਸ਼ੁਰੂ ਕੀਤਾ। ਉਹ ਭੈਣ ਕਹਿੰਦੀ ਤੁਸੀਂ ਸੱਚ ਜਾਣਿਓ ਕਿ ਮੈਂ ਤੀਜੇ ਚੌਥੇ ਦਿਨ ਦੀ ਗੱਲ ਹੈ, 3-4 ਦਿਨ ਮੋਕਿਆਂ ਨੂੰ ਕੁਛ ਨਹੀਂ ਹੋਇਆ, ਕੋਈ ਫਰਕ ਨਹੀਂ ਪਿਆ। ਪਰ ਮੈਂ ਬਾਬਾ ਦੀਪ ਸਿੰਘ ਸਾਹਿਬ ਤੇ ਸ਼ਰਧਾ ਰੱਖ ਕੇ, ਪ੍ਰੇਮ ਰੱਖ ਕੇ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਮੈਂ ਆਪ ਜੀ ਦੀ ਧੀ ਹਾਂ ਤੇ ਜੇ ਮੈਂ ਅੱਗੇ ਵਿਆਹੀ ਗਈ ਤੇ ਲੋਕੀ ਮੈਨੂੰ ਤਾਨੇ ਨਾ ਮਾਰਨ ਵੀ ਇਹ ਤੇ ਮੋਕਿਆਂ ਨਾਲ ਇਹਦਾ ਮੂੰਹ ਭਰਿਆ ਹੈ ਜਾਂ ਕਿਸੇ ਪ੍ਰਕਾਰ ਦੀ ਕੋਈ ਗੱਲ ਨਾ ਕਰਨ। ਧੰਨ ਬਾਬਾ ਦੀਪ ਸਿੰਘ ਸਾਹਿਬ ਮੈਂ ਤੇਰੀ ਧੀ ਹਾਂ, ਕਿਰਪਾ ਕਰਿਓ ਮੇਰੀ ਲਾਜ ਪੱਤ ਰੱਖਿਓ। ਉਹ ਭੈਣ ਕਹਿੰਦੀ 3 ਕੁ ਦਿਨ ਦਾ ਮੌਕੇ ਉਵੇਂ ਸੀ, ਕੋਈ ਫਰਕ ਨਹੀਂ ਪਿਆ। ਪਰ ਚੌਥੇ ਦਿਨ ਜਦੋਂ ਰਾਤ ਮੈਂ ਘਿਓ ਲਾ ਕੇ ਸੁੱਤੀ ਹਾਂ ਤੇ ਰਾਤ ਕਹਿੰਦੀ ਜਦੋਂ ਮੈਂ ਸੌਂ ਕੇ ਅਗਲੇ ਦਿਨ ਉੱਠੀ ਹਾਂ, ਜਿਹੜਾ ਸਭ ਤੋਂ ਵੱਡਾ ਮੌਕਾ ਸੀ ਉਹ ਗੱਲ ਤੇ ਹੈ ਹੀ ਨਹੀਂ ਸੀ। ਉਹ ਆਪਣੇ ਆਪ ਪਤਾ ਨਹੀਂ ਕਿੱਥੇ ਗਿਆ, ਕਿਵੇਂ ਗਿਆ, ਕਿੱਧਰ ਚਲਾ ਗਿਆ, ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ। ਸਿਰਫ ਅੱਖਾਂ ਥੱਲੇ ਜਿਹੜੇ ਛੋਟੇ ਛੋਟੇ ਮੌਕੇ ਸੀ ਉਹ ਰਹਿ ਗਏ ਸੀ, ਜਿਹੜਾ ਵੱਡਾ ਸੀ ਉਹ ਖਤਮ ਹੋ ਗਿਆ ਸੀ। ਸੋ ਮੈਨੂੰ ਉਹ ਜਦੋਂ ਵੱਡਾ ਖਤਮ ਹੋਇਆ ਤੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਭਰੋਸਾ ਬਣ ਗਿਆ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਦੂਸਰੇ ਵੀ ਖਤਮ ਕਰਨੇ ਨੇ। ਫਿਰ ਮੈਂ ਚੁਪਹਿਰੇ ਕੱਟੇ, ਵੱਧ ਤੋਂ ਵੱਧ ਪਾਠ ਕੀਤੇ। ਕਹਿੰਦੀ ਮੈਂ ਸੁਖਮਨੀ ਸਾਹਿਬ ਦੇ 1 ਮਹੀਨੇ ਦੇ ਵਿੱਚ 72 ਪਾਠ ਕੀਤੇ ਸੀ। 72 ਪਾਠ ਕਰਕੇ ਬਾਬਾ ਦੀਪ ਸਿੰਘ ਸਾਹਿਬ ਨੂੰ ਭੇਟ ਕੀਤੇ ਤੇ ਜਿਹੜੀਆਂ ਮੇਰੀ ਅੱਖਾਂ ਥੱਲੇ ਛੋਟੇ ਛੋਟੇ ਮੋਕੇ ਸੀ 10-15 ਦਿਨਾਂ ਦੇ ਬਾਅਦ ਉਹ ਵੀ ਸਾਰੇ ਜਿਹੜੇ ਬਿਲਕੁਲ ਠੀਕ ਹੋ ਗਏ। ਇਹ ਬਾਬਾ ਦੀਪ ਸਿੰਘ ਸਾਹਿਬ ਜੀ ਜੋਤ ਦੀ ਜਿਹੜੀ ਘਿਓ ਦੀ ਕਰਾਮਾਤ ਸੀ। ਸੋ ਐਵੇਂ ਭੈਣ ਕਹਿੰਦੀ ਮੇਰਾ ਦੁੱਖ ਬਾਬਾ ਦੀਪ ਸਿੰਘ ਸਾਹਿਬ ਨੇ ਕੱਟਿਆ। ਉਸ ਤੋਂ ਬਾਅਦ ਮੇਰਾ ਵਿਆਹ ਹੋਇਆ। ਵਿਆਹ ਕਰਾਉਣ ਤੋਂ ਬਾਅਦ ਇਸ ਟਾਈਮ ਭੈਣ ਬਾਹਰ ਹੈ। ਉਹਨਾਂ ਨੇ ਆਪਣੀ ਹੱਡ ਬੀਤੀ ਸੁਣਾਉਣਾ ਕੀਤੀ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ 'ਤੇ ਮਿਹਰ ਕੀਤੀ, ਕਿਵੇਂ ਉਹਨਾਂ ਦੀ ਲਾਜ ਪੱਤ ਰੱਖੀ। ਖਾਲਸਾ ਜੀ ਜੇ ਉਹ ਮੋਕੇ ਨਾ ਹਟਦੇ ਕੀ ਪਤਾ ਉਹਦਾ ਰਿਸ਼ਤਾ ਟੁੱਟ ਜਾਂਦਾ, ਕਿਉਂਕਿ ਕਈ ਵਾਰੀ ਇਹੋ ਜਿਹੇ ਬੰਦੇ ਵੀ ਮਿਲ ਜਾਂਦੇ ਨੇ ਜਿਹੜੇ ਹੌਲੀ ਮੱਤ ਦੇ ਹੁੰਦੇ ਨੇ, ਨਿੱਕੀਆਂ ਨਿੱਕੀਆਂ ਗੱਲਾਂ 'ਤੇ ਰਿਸ਼ਤੇ ਤੋੜ ਜਾਂਦੇ ਨੇ। ਇਹੋ ਜਿਹੇ ਹੌਲੀ ਮੱਤ ਵਾਲੇ ਬੰਦੇ ਵੀ ਮਿਲ ਜਾਂਦੇ ਨੇ। ਸੋ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦਕਾ ਉਹ ਭੈਣ ਦਾ ਘਰ ਵਸਿਆ, ਸਾਰਾ ਕੁਝ ਵਧੀਆ ਹੋ ਗਿਆ। ਖਾਲਸਾ ਜੀ ਸ਼ਹੀਦ ਸਿੰਘ ਉਵੇਂ ਦਿਆਲੂ ਕਿਰਪਾਲੂ ਨੇ, ਜੇ ਕੋਈ ਹੱਥ ਜੋੜ ਕੇ ਨਮਸਕਾਰ ਕਰ ਦੇਵੇ, ਮਨ ਵਿੱਚ ਜਿੱਥੇ ਖੜਾ ਹੈ ਉੱਥੇ ਵੀ ਮਹਾਰਾਜ ਨੂੰ ਨਮਸਕਾਰ ਕਰ ਦੇਵੇ, ਸ਼ਹੀਦ ਸਿੰਘ ਉੱਥੇ ਪਹੁੰਚ ਕੇ ਉਹਦੀ ਮਦਦ ਕਰਦੇ ਨੇ, ਉਹਦੀ ਲਾਜ ਪੱਤ ਰੱਖਦੇ ਨੇ। ਸੋ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਦਾ ਧੰਨ ਆਖੀਏ। ਧੰਨ ਕਿਹਾ ਮਹਾਰਾਜ ਕਹਿੰਦੇ ਮੁੱਖ ਪਵਿੱਤਰ ਹੁੰਦਾ ਹੈ, ਹਿਰਦਾ ਪਵਿੱਤਰ ਹੁੰਦਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਰੱਖਿਆ ਕਰਦੇ ਨੇ, ਸਤਿਗੁਰ ਤੋਂ ਬਿਨਾਂ ਹੋਰ ਕੋਈ ਰੱਖਿਆ ਨਹੀਂ ਕਰ ਸਕਦਾ। ਖਾਲਸਾ ਜੀ ਸੋ ਮਹਾਰਾਜ ਦੀਨ ਦੁਨੀ ਦੇ ਮਾਲਕ ਸਾਰਿਆਂ ਨੂੰ ਸਮੱਤ ਬਖਸ਼ਣ, ਘਰ ਵਾਪਸੀ ਮਹਾਰਾਜ ਕਰਨ ਦਾ ਬਲ ਬਖਸ਼ਣ, ਸਤਿਗੁਰੂ ਗੁਰਸਿੱਖੀ ਜੀਵਨ ਬਖਸ਼ਣ। ਸਾਡੇ ਭਾਈ ਨੌਜਵਾਨਾਂ ਨੂੰ ਇਹ ਮੱਤ ਆਵੇ ਕਿ ਧੰਨ ਕਲਗੀਧਰ ਪਾਤਸ਼ਾਹ ਦੀ ਖੁਸ਼ੀ ਹੈ, ਕੇਸ ਰੱਖਿਆਂ, ਦਾੜਾ ਰੱਖਿਆਂ, ਅੰਮ੍ਰਿਤ ਪਾਨ ਕੀਤਿਆਂ, ਬਾਣੀ ਪੜ੍ਹਿਆਂ, ਸੇਵਾ ਕੀਤਿਆਂ ਮਹਾਰਾਜ ਦੀ ਖੁਸ਼ੀ ਹੈ। ਸੋ ਜਿਵੇਂ ਅੱਗੇ ਹੋਲਾ ਮਹੱਲਾ ਆ ਰਿਹਾ ਖਾਲਸਾ ਜੀ, ਸਤਿਗੁਰ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਫਿਰ ਪ੍ਰਾਪਤ ਹੁੰਦੀਆਂ ਨੇ ਜੇ ਸਤਿਗੁਰ ਵਾਲੇ ਬਣ ਕੇ ਉਹਨਾਂ ਦੇ ਦਰ ਜਾਈਏ। ਸਤਿਗੁਰੂ ਜੀ ਦੇ ਛੋਟੇ ਛੋਟੇ ਬੱਚਿਆਂ ਨੇ ਸ਼ਹੀਦੀਆਂ ਦੇਣੀਆਂ ਕੀਤੀਆਂ ਕੇਸਾਂ ਦਾੜਿਆਂ ਵਾਸਤੇ। ਹਰ ਪ੍ਰਕਾਰ ਦਾ ਤਸੀਹਾ ਉਹਨਾਂ ਨੇ ਆਪਣੇ ਸਰੀਰ ਉੱਤੇ ਝੱਲਣਾ ਕੀਤਾ ਹੈ, ਪਰ ਸਿੱਖੀ ਨੂੰ ਨਹੀਂ ਛੱਡਿਆ, ਸਿਦਕ ਨਹੀਂ ਛੱਡਿਆ, ਸਤਿਗੁਰ ਤੇ ਪੂਰਾ ਭਰੋਸਾ ਰੱਖਿਆ। ਸੋ ਖਾਲਸਾ ਜੀ ਆਓ ਮਹਾਰਾਜ ਦੇ ਲੜ ਲੱਗੀਏ, ਸਤਿਗੁਰ ਦੀ ਬਾਣੀ ਦਾ ਜਾਪ ਅਭਿਆਸ ਕਰੀਏ, ਮੂਲ ਮੰਤਰ ਜਪੀਏ, ਗੁਰ ਮੰਤਰ ਜਪੀਏ, ਸਤਿਗੁਰ ਦੇ ਘਰ ਜਾ ਕੇ ਸੇਵਾ ਸੰਗਤ ਦੀ ਕਰੀਏ, ਮਹਾਰਾਜ ਨਾਲ ਜੁੜੀਏ। ਆਉਣ ਵਾਲਾ ਸਮਾਂ ਹੈ ਉਹ ਮਹਾਰਾਜ ਦੀ ਬਾਣੀ ਨੇ ਬਚਾਉਣਾ ਹੈ, ਮਹਾਰਾਜ ਦੇ ਨਾਮ ਨੇ ਬਚਾਉਣਾ ਹੈ, ਉਸ ਤੋਂ ਇਲਾਵਾ ਕੋਈ ਰੱਖਿਆ ਕਰਨ ਵਾਲਾ ਨਹੀਂ। ਸਤਿਗੁਰ ਸਾਰਿਆਂ ਨੂੰ ਸਮੱਤ ਬਖਸ਼ਣ, ਭੁੱਲਾਂ ਦੀ ਖਿਮਾ ਬਖਸ਼ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।